ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਦਇਆ ਕਰੋ ਕਿਛ ਮੇਰੋ ਪਾਵੋ, ਡੁੱਬਦੇ ਪੱਥਰ ਤਾਰੇ। ਜੀਅੜਾ ਅਗਨਾ ਬਰਾਬਰ ਤਪੈ, ਭੀਤਰ ਵਗੈ ਘਾਤੀ। ਪ੍ਰਣ ਵਾਤੇ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ। ਪ੍ਰਣ ਵਾਤੇ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ। ਜੁਗੋ ਜੁਗ ਟਲ ਚਵਰ ਸ਼ਦਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹਾਂ ਜੀ ਦੀ ਜੋਤ ਹਾਜ਼ਰ ਨਾਜ਼ਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਤਿਗੁਰਾਂ ਦੇ ਸਨਮੁਖ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ, ਗੁਰੂ ਕੀ ਸਾਜੀ ਸਾਜ ਕੇ ਨਿਵਾਜੀ। ਗੁਰੂ ਕਾ ਖਾਸ ਰੂਪ ਖਾਲਸਾ ਸਾਧ ਸੰਗਤ ਜੀਓ। ਆਓ ਕੁਝ ਸਮੇਂ ਲਈ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਦੇ ਨਾਲ ਮਨ ਵਿਰਦੀਆਂ ਕਾਗਰ ਕਰਕੇ ਜੁੜ ਕਰਕੇ ਬੈਣ ਦੀ ਕਿਰਪਾਲਤਾ ਕਰੀਏ। ਸਮੇਂ ਔਰ ਸਵਾਸਾਂ ਨੂੰ ਸਫਲਾ ਕਰੀਏ। ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨਾ ਕਰੀਏ। ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਕਥਾ ਗੁਰਬਾਣੀ ਸਰਵਣ ਕਰੀਏ। ਆਪ ਸੰਗਤ ਨੇ ਜੋ ਹੁਣ ਤੱਕ ਲੜੀਵਾਰ ਸ਼ਬਦ ਵਿਚਾਰ ਕਥਾ ਗੁਰਬਾਣੀ ਸਰਵਣ ਕੀਤੀ ਹੈ, ਉਹ ਵਿਚਾਰ ਇਥੋਂ ਤੱਕ ਸੀ ਕਿ ਜਿਸ ਵੇਲੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਭਾਈ ਵਿਧੀ ਚੰਦ ਜੀ ਦੇ ਉੱਤੇ, ਉਹਨੂੰ ਜਿਹੜੀ ਸੇਵਾ ਸੌਂਪੀ ਸੀ ਕਿ ਲਾਹੌਰ ਤੋਂ ਸ਼ਾਹਜਹਾਨ ਦਾ 2 ਘੋੜੇ ਆ, ਦਿਲਬਾਗ ਗੁਲਬਾਗ। ਉਹ ਘੋੜੇ ਲੈ ਕੇ ਆਉਣੇ ਆ ਗੁਰੂ ਸਤਿਗੁਰੂ ਨਾਨਕ ਦੇ ਦਰਕਾਰ ਦੀ ਸੇਵਾ ਵਾਸਤੇ। ਤੇ ਘੋੜੇ ਜਿਵੇਂ ਕਿਵੇਂ ਲੈ ਕੇ ਆਉਣੇ ਆ, ਸ਼ਾਹਜਹਾਨ ਨੇ ਮੁੱਲ ਦੇਣੇ ਨਹੀਂ, ਉਧਾਰੇ ਦੇਣੇ ਪਸੰਦ ਨਹੀਂ ਕਰਨੇ, ਫਿਰ ਲੈ ਕੇ ਜ਼ਰੂਰ ਆਉਣੇ। ਲਿਆਉਣੇ ਕਿਵੇਂ ਐ ਤੁਹਾਨੂੰ ਪਤਾ, ਵਿਚਾਰਾਂ ਕੀਤੀਆਂ ਗਈਆਂ। ਪਹਿਲਾ ਘੋੜਾ ਲੈ ਕੇ ਆਏ ਭਾਈ ਵਿਧੀ ਚੰਦ ਦੀ ਘਾਈਆ ਬਣ ਕੇ। ਤੇ ਗੁਰੂ ਪਿਆਰਿਓ ਜਦੋਂ ਪਹਿਲਾ ਘੋੜਾ ਲਿਆਂਦਾ, ਸਤਿਗੁਰੂ ਜੀ ਨੇ ਆਏ ਵਿਧੀ ਚੰਦ ਦਾ ਬੜਾ ਸਤਿਕਾਰ ਕੀਤਾ। ਉਹ ਤੇ ਬੇਅੰਤ ਰਹਿਮਤਾਂ ਬਖਸ਼ਿਸ਼ਾਂ ਵਰਤਾਉਣਾ ਕੀਤੀਆਂ। ਸਤਿਗੁਰੂ ਜੀ ਦੀ ਕਿਰਪਾ ਰਹਿਮਤ ਵਰਦੀ ਬੇਅੰਤ। ਸਤਿਗੁਰੂ ਜੀ ਨੇ ਸਿੱਖਾਂ ਦੇ ਉੱਤੇ ਖੁਸ਼ੀਆਂ ਨਿਸ਼ਾਵਰ ਕੀਤੀਆਂ ਨੇ। ਤੇ ਉਸ ਵੇਲੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ 6ਵੇਂ ਪਾਤਸ਼ਾਹ ਸਤਿਗੁਰੂ ਜੀ ਭਾਈ ਰੂਪੇ ਨਗਰ ਵਿਖੇ ਵਿਰਾਜਮਾਨ ਸਨ। ਤੇ ਉਹ ਘੋੜੇ ਦੀ ਜਿਹੜੀ ਸੇਵਾ ਸੰਭਾਲ ਦੀ ਵਾਗਡੋਰ ਹੈ, ਸਤਿਕਾਰਯੋਗ ਭਾਈ ਜੇਠਾ ਜੀ ਦੇ ਸਨਮੁਖ ਸੌਂਪ ਦਿੱਤੀ ਕਿ ਤੁਸੀਂ ਇਸ ਘੋੜੇ ਦੀ ਸੇਵਾ ਸੰਭਾਲ ਕਰਨੀ ਹੈ। ਹੋਰ 2 ਸਿੱਖ ਉਹ ਘੋੜੇ ਦੀ ਸੇਵਾ ਦੇ ਉੱਤੇ ਛੱਡ ਦਿੱਤੇ। ਜਿਹੜਾ ਘੋੜਾ ਬੇਅੰਤ ਸੁੰਦਰ ਹੈ, ਬਹੁਤ ਵਧੀਆ ਉੱਚਾ ਲੰਮਾ ਘੋੜਾ, ਚੰਗੀ ਨਸਲ ਦਾ ਘੋੜਾ ਏ। ਉਸ ਵਰਗਾ ਘੋੜਾ ਹੋਰ ਕਦੇ ਦੇਖਿਆ ਹੀ ਨਹੀਂ। ਬੜਾ ਫੁਰਤੀਲਾ, ਬੜਾ ਚੰਚਲ ਘੋੜਾ ਏ। ਦਿਲਬਾਗ ਗੁਲਬਾਗ ਘੋੜਿਆਂ ਦੇ ਵਿੱਚੋਂ ਇੱਕ
ਗੁਲਬਾਗ ਘੋੜਾ ਲੈ ਆਂਦਾ ਚੁਰਾ ਕੇ ਭਾਈ ਵਿਧੀ ਚੰਦ ਜੀ ਨੇ। ਉਸ ਵੇਲੇ ਭਾਈ ਜੋਧ ਰਾਏ ਜੀ ਜੋ ਕਿ ਕਾਂਗੜ ਨਗਰ ਤੋਂ ਚੱਲ ਕੇ ਸਤਿਗੁਰ ਦੇ ਸਨਮੁਖ ਆਏ ਸਨ, ਉਹ ਵੀ ਬਹੁਤ ਵੱਡੇ ਬਲਵਾਨ ਯੋਧੇ ਨੇ। ਉਹਨਾਂ ਕੋਲ 500 ਸੂਰਮੇ ਸੈਨਾ ਰੋਜ਼ਾਨਾ ਠੇਪਾ ਰਹਿੰਦੀ ਸੀ। ਤੇ ਸਤਿਗੁਰੂ ਜੀ ਦੀ ਕਿਰਪਾ ਰਹਿਮਤ ਵਰਦੀ ਗੁਰੂ ਪਿਆਰਿਓ, ਉਸ ਵੇਲੇ ਸਤਿਗੁਰ ਦੇ ਸਨਮੁਖ ਭਾਈ ਰੂਪੇ ਨਗਰ ਵਿਖੇ ਕਾਫੀ ਸਿੱਖ ਸੰਗਤਾਂ ਨੇ ਜੋ ਰੋਜ਼ਾਨਾ ਘੋੜੇ ਦੀਆਂ ਸਿਫਤਾਂ ਕਰ ਰਹੇ ਨੇ। ਤੇ ਭਾਈ ਵਿਧੀ ਚੰਦ ਨੇ ਬਾਖੂਬੀ ਇਹ ਸੇਵਾ ਨਿਭਾਉਣਾ ਕੀਤੀ। ਬਹੁਤ ਵੱਡੇ ਸਖਤ ਪਹਿਰੇ ਦੇ ਵਿੱਚ ਸ਼ਾਹਜਹਾਨ ਦੇ ਵੱਡੇ ਮਹਿਲਾਂ ਦੇ ਵਿੱਚੋਂ, ਵੱਡੇ ਕਿਲੇ ਦੇ ਵਿੱਚੋਂ ਬੜੀ ਚੌਕਸੀ ਵਰਤਣ ਦੇ ਬਾਵਜੂਦ ਵੀ ਕਹਿੰਦੇ ਭਾਈ ਵਿਧੀ ਚੰਦ ਜੀ ਇਹ ਘੋੜਾ ਚੁਰਾ ਕੇ ਲੈ ਆਏ ਸਤਿਗੁਰ ਦੀ ਸੇਵਾ ਦੇ ਵਿੱਚ। ਆਪਣੇ ਜਾਨ ਦੀ ਪਰਵਾਹ ਵੀ ਨਹੀਂ ਕੀਤੀ ਭਾਈ ਵਿਧੀ ਚੰਦ ਨੇ। ਇਦਾਂ ਕਰਕੇ ਸੰਗਤਾਂ ਗੱਲਾਂ ਪਈਆਂ ਕਰਦੀਆਂ ਨੇ। ਸਤਿਗੁਰ ਦੇ ਸਿੱਖ ਦੀ ਉਸਤਤ ਸੰਗਤ ਕਦੇ ਹੀ ਕਰਦੀ ਹੈ। ਤੇ ਸਤਿਗੁਰੂ ਜੀ ਦੀ ਕਿਰਪਾ ਰਹਿਮਤ ਵਰਦੀ ਗੁਰੂ ਪਿਆਰਿਓ ਉਸਤਤ ਹੋ ਰਹੀ ਹੈ ਇਦਾਂ ਸਤਿਗੁਰ ਦੀ। ਤੇ ਸਤਿਗੁਰ ਦੇ ਸਿੱਖ ਭਾਈ ਵਿਧੀ ਚੰਦ ਜੀ ਸੰਗਤ ਦੇ ਕਹਿ ਰਹੀ ਕਿ ਸਤਿਗੁਰ ਨੇ ਕਿਰਪਾ ਕੀਤੀ, ਭਾਈ ਵਿਧੀ ਚੰਦ ਨੂੰ ਇਹ ਸੇਵਾ ਸੌਂਪੀ ਤੇ ਬੜੇ ਬਾਖੂਬੀ ਭਾਈ ਵਿਧੀ ਚੰਦ ਨੇ ਸੇਵਾ ਨਿਭਾਉਣਾ ਵੀ ਕੀਤੀ ਹੈ। ਇਦਾਂ ਗੱਲਾਂ ਪਈਆਂ ਹੋ ਰਹੀਆਂ ਨੇ। ਤੇ ਸਤਿਗੁਰੂ ਜੀ ਦੀ ਕਿਰਪਾ ਰਹਿਮਤ ਵਰਦੀ ਗੁਰੂ ਪਿਆਰਿਓ ਉਸ ਵੇਲੇ ਇਧਰ ਸਤਿਗੁਰ ਦੇ ਸਨਮੁਖ ਇਦਾਂ ਦੀਆਂ ਵਿਚਾਰਾਂ ਹੁੰਦੀਆਂ। ਉਧਰ ਲਾਹੌਰ ਵਿਖੇ ਜਿਸ ਵੇਲੇ ਦਾ ਸ਼ਾਹਜਹਾਨ ਨੂੰ ਪਤਾ ਲੱਗਿਆ ਕਿ ਦਿਲਬਾਗ ਗੁਲਬਾਗ ਘੋੜਿਆਂ ਦੇ ਵਿੱਚੋਂ ਇੱਕ ਗੁਲਬਾਗ ਘੋੜਾ ਗਾਇਬ ਹੈ, ਉਹ ਮੌਜੂਦ ਨਹੀਂ। ਉਹ ਘੋੜਿਆਂ ਦੇ ਨਾਲ ਸ਼ਾਹਜਹਾਨ ਬਹੁਤ ਪਿਆਰ ਕਰਦਾ ਸੀ। ਉਹਨੇ ਬੜਾ ਯਤਨ ਕੀਤਾ, ਕਹਿੰਦੇ ਘੋੜੇ ਨੂੰ ਲੱਭੋ, ਗਿਆ ਕਿੱਧਰ ਹੈ ਪਤਾ ਹੀ ਨਹੀਂ ਲੱਗਦਾ, ਢੂੰਡੋ ਕਿੱਥੇ ਗਿਆ। ਉਹਨੇ ਬੇਅੰਤ ਕੋਸ਼ਿਸ਼ ਕੀਤੀ ਪਰ ਸਮਝ ਨਹੀਂ ਆ ਰਹੀ। ਸਤਿਗੁਰ ਦੀ ਕਿਰਪਾ ਦੇ ਨਾਲ ਉਹਨਾਂ ਦੀ ਮੱਤ ਤੇ ਉਹਨਾਂ ਦੀ ਵਿਚਾਰ ਦੇ ਦਿਮਾਗ ਦੀ ਵਿਚਾਰ ਦੇ ਉੱਤੇ ਪੜਦਾ ਹੀ ਇਦਾਂ ਦਾ ਪੈ ਗਿਆ। ਉਹਨਾਂ ਨੂੰ ਸਮਝ ਨਹੀਂ ਆਉਂਦੀ ਦਿਲਬਾਗ ਗੁਲਬਾਗ ਘੋੜੇ ਵਿੱਚੋਂ ਗੁਲਬਾਗ ਘੋੜਾ ਕਿੱਧਰ ਗਿਆ। ਅਸਮਾਨ ਚੁਰਾ ਕੇ ਲੈ ਗਿਆ ਜਾਂ ਧਰਤੀ ਨੇ ਆਪਣੇ ਦੇ ਵਿੱਚ ਸਮਾ ਲਿਆ, ਕੋਈ ਪਤਾ ਹੀ ਨਹੀਂ ਲੱਗਦਾ। ਕਿਸੇ ਪ੍ਰਕਾਰ ਕੋਈ ਸਮਝ ਨਹੀਂ ਪੈ ਰਹੀ। ਤੇ ਗੁਰੂ ਪਿਆਰਿਓ ਉਸ ਵੇਲੇ ਸ਼ਾਹਜਹਾਨ ਦੇਖਦਾ, ਕਹਿੰਦੇ ਉਹਨਾਂ ਨੇ ਵੱਡੇ ਵੱਡੇ ਜਿਹੜੇ ਜਾਣਕਾਰ ਹੈ ਸੂਹੀਏ ਆ ਉਹਨਾਂ ਨੂੰ ਬੁਲਾਇਆ, ਖੋਜਕਾਰੀ ਹੈ ਉਹਨਾਂ ਨੂੰ ਬੁਲਾਇਆ ਕਿ ਤੁਸੀਂ ਖੋਜ ਕਰ ਕਰਕੇ ਵੇਖੋ ਘੋੜਾ ਗਿਆ ਤੇ ਗਿਆ ਕਿੱਧਰ ਹੈ। ਮੇਨ ਦਰਵਾਜ਼ੇ ਵਿੱਚ ਦੀ ਕੋਈ ਲਿਜਾ ਨਹੀਂ ਸਕਦਾ। ਕਿਉਂ? ਕਿਉਂਕਿ ਉੱਥੇ ਬਹੁਤ ਵੱਡੀ ਚੌਕਸੀ ਹੈ। 8 ਪੈਰ ਸਾਡੇ ਜਿਹੜੇ ਅਹਿਲਕਾਰ ਹੈ ਉਹ ਦਰਵਾਜ਼ੇ ਦੇ ਉੱਤੇ ਪਹਿਰਾ ਦਿੰਦੇ ਰਹਿੰਦੇ, ਚੌਕਸੀ ਦੇ ਨਾਲ ਹਥਿਆਰਾਂ ਦੇ ਨਾਲ ਕਹਿੰਦੇ ਉੱਥੇ ਪੂਰਨ ਤੌਰ ਤੇ ਪਹਿਰਾ ਦਿੰਦੇ ਰਹਿੰਦੇ। ਉੱਥੋਂ ਦਰਵਾਜ਼ੇ ਵਿੱਚ ਦੀ ਘੋੜਾ ਨਹੀਂ ਗਿਆ। ਇਹ ਤੇ 101% ਗੱਲ ਸੱਚ ਹੈ ਕਿ ਦਰਵਾਜ਼ੇ ਵਿੱਚ ਦੀ ਘੋੜਾ ਨਹੀਂ ਗਿਆ। ਤੇ ਜੇ ਦਰਵਾਜ਼ੇ ਵਿੱਚ ਦੀ ਨਹੀਂ ਗਿਆ ਤੇ ਫਿਰ ਘੋੜਾ ਗਿਆ ਕਿੱਧਰ? ਅਸਮਾਨ ਨਿਕਲ ਗਿਆ ਜਾਂ ਧਰਤੀ ਵਿੱਚ ਗਿਰ ਗਿਆ, ਕੋਈ ਪਤਾ ਨਹੀਂ। ਤੇ ਕਹਿੰਦੇ ਇਹ ਕਿਲੇ ਦੀ ਕੰਧ ਨੂੰ ਕਿਸੇ ਨੂੰ ਪਾੜ ਵੀ ਨਹੀਂ ਲਾਇਆ ਗਿਆ। ਜਾਏ ਕਹਿ ਦਈਏ ਕਿਲੇ ਦੀ ਕੋਈ ਕੰਧ ਟਪਾ ਕੇ ਲੈ ਗਿਆ। ਤੇ ਕਹਿੰਦੇ ਕਿਲੇ ਦੀਆਂ ਕੰਧਾਂ ਵੀ ਬਹੁਤ ਵੱਡੀਆਂ ਉੱਚੀਆਂ ਉੱਚੀਆਂ ਨੇ। ਉਸ ਵੇਲੇ ਸ਼ਾਹਜਹਾਨ ਨੇ ਤਾਂ ਜਾਸੂਸਾਂ ਨੂੰ ਬੁਲਾਇਆ, ਕਹਿੰਦੇ ਖੋਜਕਾਰੀਆਂ ਨੂੰ ਬੁਲਾਇਆ। ਉਹਨਾਂ ਨੇ ਵੀ ਬਹੁਤ ਯਤਨ ਕੀਤਾ ਪਰ ਕਿਸੇ ਪ੍ਰਕਾਰ ਕੋਈ ਗੱਲ ਸਮਝ ਨਹੀਂ ਆਉਂਦੀ, ਕਿਸੇ ਪ੍ਰਕਾਰ ਕੋਈ ਭੇਦ ਨਹੀਂ ਆਉਂਦਾ। ਉਹਨਾਂ ਨੇ ਵਿਚਾਰ ਕੀਤੀ, ਕਹਿੰਦੇ ਦੇਖੋ ਵੀ ਘੋੜੇ ਗਿਆ ਤੇ ਗਿਆ ਕਿੱਧਰ ਗਿਆ। ਤੇ ਅਚਨਚੇਤ ਸੌਂਦੇ ਖਾਂ ਦੇ ਦਿਮਾਗ ਦੇ ਵਿੱਚ ਵਿਚਾਰ ਆਈ, ਕਹਿੰਦੇ ਉਹ ਕੇਸਰਾ ਕਿੱਥੇ ਆ? ਭਾਈ ਵਿਧੀ ਚੰਦ ਨੂੰ ਕੇਸਰਾ ਕਹਿੰਦੇ ਸਨ।
ਉਹ ਕੇਸਰਾ ਕਿੱਥੇ ਆ ਜਿਹੜਾ ਘੋੜਿਆਂ ਦਾ ਖਿਆਲ ਰੱਖਦਾ ਸੀ। ਕਹਿੰਦੇ ਤੁਸੀਂ ਤੇ ਸ਼ਰਾਬ ਪੀ ਕੇ ਪਏ ਰਹੇ ਮਸਤ ਹੋ ਕੇ, ਤੁਹਾਡੇ ਨਾਲੋਂ ਤਾਂ ਕੇਸਰਾ ਹੀ ਚੰਗਾ ਨਿਕਲਿਆ। ਉਹ ਕਹਿੰਦੇ ਜਦੋਂ ਉਹਨੂੰ ਪਤਾ ਲੱਗਿਆ ਹੋਣਾ ਘੋੜਾ ਗਾਇਬ ਹੋ ਗਿਆ, ਉਹ ਆਪਣੇ ਆਪ ਹੀ ਮਹਿਲਾਂ ਨੂੰ ਛੱਡ ਕੇ ਦੌੜ ਗਿਆ, ਭੱਜ ਗਿਆ ਕਿਧਰੇ। ਉਹਨੂੰ ਇਹ ਆ ਕਿ ਮੈਂ ਹੀ ਘੋੜਿਆਂ ਦਾ ਖਿਆਲ ਰੱਖਦਾ ਤੇ ਸ਼ਾਹਜਹਾਨ ਨੇ ਮੇਰੇ ਤੇ ਹੀ ਸਜ਼ਾ ਵੱਧ ਦੇਣੀ ਹੈ, ਮੈਨੂੰ ਮਾਰੇਗਾ, ਮੈਨੂੰ ਹੀ ਵੱਧ ਸਜ਼ਾ ਦੇਣੀ ਹੈ। ਉਹਨੇ ਕਹਿਣਾ ਤੇਰੇ ਕਰਕੇ ਘੋੜਾ ਗਾਇਬ ਹੋਇਆ, ਚੁਰਾਇਆ ਗਿਆ। ਉਹ ਕੇਸਰਾ ਪਹਿਲਾਂ ਹੀ ਭੱਜ ਗਿਆ ਡਰਦਾ ਮਾਰਾ। ਹੁਣ ਇਦਾਂ ਦੀਆਂ ਵਿਚਾਰਾਂ ਇਹਨਾਂ ਦੇ ਦਿਮਾਗ ਦੇ ਵਿੱਚ, ਮਾਈਂਡ ਦੇ ਵਿੱਚ ਆਉਂਦੀਆਂ ਨੇ ਤੇ ਕਹਿੰਦੇ ਸਤਿਗੁਰੂ ਪ੍ਰਮਾਤਮਾ ਵੱਲੋਂ ਉਦਾਂ ਦੇ ਪੜਦੇ ਮਤ ਦੇ ਉੱਤੇ, ਦਿਮਾਗ ਦੇ, ਅਕਲ ਦੇ ਉੱਤੇ ਪੈ ਗਈ। ਕਿਉਂਕਿ ਜਦੋਂ ਸਤਿਗੁਰੂ ਜੀ ਮਤ ਮਾਰਦੇ ਆ ਨਾ, ਉਦੋਂ ਦਿਮਾਗ, ਉਦੋਂ ਮਾਈਂਡ ਉਦਾਂ ਦਾ ਹੋ ਜਾਂਦਾ। ਸਤਿਗੁਰੂ ਜੀ ਕਿਰਪਾ ਕਰਦੇ, ਬਖਸ਼ਿਸ਼ ਕਰਦੇ ਨੇ, ਰਹਿਮਤ ਕਰਦੇ ਨੇ। ਉਸ ਵੇਲੇ ਇਦਾਂ ਦੀ ਵਿਚਾਰ ਪਏ ਕਰਦੇ ਆ, ਪਰ ਅਸਲ ਦੇ ਵਿੱਚ ਸਮਝ ਹੀ ਨਹੀਂ ਆਉਂਦਾ ਉਹਨਾਂ ਨੂੰ ਕੀਤਾ ਕੀ ਜਾਵੇ, ਕਿਵੇਂ ਵਿਚਾਰ ਹੋਵੇ। ਤੇ ਉਧਰ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹ ਸਤਿਗੁਰੂ ਜੀ ਦੇ ਸਨਮੁਖ ਕਹਿੰਦੇ ਇਹ ਵਿਚਾਰਾਂ ਹੁੰਦੀਆਂ, ਘੋੜਾ ਲੈ ਕੇ ਆਂਦਾ, ਬਹੁਤ ਖੁਸ਼ ਹੈ ਸੰਗਤ। ਸਤਿਗੁਰੂ ਜੀ ਦੀ ਕਿਰਪਾ ਰਹਿਮਤ ਵਰਤਦੀ ਹੈ, ਬੜੇ ਆਨੰਦ ਵਿੱਚ ਹੈ। ਗੁਰੂ ਦੇ ਪਿਆਰੇ ਸੇਵਕ ਸਤਿਗੁਰੂ ਦੇ ਸਨਮੁਖ ਬੇਅੰਤ ਬਖਸ਼ਿਸ਼ ਰਹਿਮਤ ਵਰਤਦੀ ਹੈ। ਅਚਨਚੇਤ ਕਹਿੰਦੇ ਭਾਈ ਜੇਠਾ ਜੀ ਸਤਿਗੁਰੂ ਜੀ ਦੇ ਕੋਲ ਆਇਆ, ਆ ਕੇ ਕਹਿਣ ਲੱਗਾ ਸਤਿਗੁਰੂ ਜੀ ਘੋੜੇ ਨੂੰ ਆਏ ਨੂੰ ਹੁਣ ਕਾਫੀ ਦਿਨ ਹੋ ਗਏ ਆ, ਪਰ ਮੈਂ ਕੀ ਵੇਖਦਾ ਘੋੜਾ ਕਹਿੰਦੇ ਦਿਨੋਂ ਦਿਨ ਲਿੱਸਾ ਹੁੰਦਾ ਜਾਂਦਾ, ਇਹਦੀ ਸਿਹਤ ਦੇ ਵਿੱਚ ਵਿਗਾੜ ਪੈਂਦਾ ਜਾਂਦਾ। ਕਾਰਨ ਕੀ ਹੈ? ਕਾਰਨ ਕੋਈ ਪਤਾ ਨਹੀਂ ਲੱਗਦਾ। ਪੱਠੇ ਡੱਕੇ ਵੀ ਚੰਗੇ ਪਾਈਦੇ ਨੇ, ਵਧੀਆ ਸੇਵਾ ਕਰੀ ਦੀ, ਸੇਵਾ ਵੱਲੋਂ ਵੀ ਕੋਈ ਕਿਸੇ ਪ੍ਰਕਾਰ ਕਹਿੰਦੇ ਇਦਾਂ ਦੀ ਵਿਚਾਰ ਨਹੀਂ ਹੈ। ਤੁਸੀਂ ਚੱਲ ਕੇ ਦੇਖੋ ਘੋੜੇ ਨੂੰ ਹੋਇਆ ਕੀ ਹੈ। ਅੱਖਾਂ ਦੇ ਵਿੱਚੋਂ ਅਥਰੂ ਗਿਰ ਰਹੇ ਨੇ, ਇਉਂ ਪ੍ਰਤੀਤ ਹੁੰਦਾ ਜਿਵੇਂ ਉਹਦੇ ਹਿਰਦੇ ਵਿੱਚ ਕੋਈ ਬਹੁਤ ਵੱਡਾ ਦੁੱਖ ਪ੍ਰਗਟ ਹੋਇਆ ਹੋਵੇ। ਚੱਲ ਕੇ ਤੁਸੀਂ ਦੇਖੋ ਘੋੜੇ ਨੂੰ ਹੋਇਆ ਕੀ ਹੈ। ਤੇ ਜਦੋਂ ਇਸ ਤਰ੍ਹਾਂ ਕਹਿੰਦੇ ਭਾਈ ਜੇਠਾ ਜੀ ਨੇ ਆ ਕੇ ਸਤਿਗੁਰੂ ਦੇ ਸਨਮੁਖ ਬੇਨਤੀ ਕੀਤੀ, ਤੇ ਸਤਿਗੁਰੂ ਜੀ ਨੇ ਭਾਈ ਜੋਧ ਦੇ ਨਾਲ, ਭਾਈ ਵਿਧੀ ਚੰਦ ਨਾਲ ਤੇ ਭਾਈ ਜੇਠਾ ਜੀ ਹੋਰ ਗੁਰੂ ਦੇ ਪਿਆਰੇ ਸਿੱਖ ਸੇਵਕਾ ਘੋੜੇ ਕੋਲ ਗਏ। ਸਤਿਗੁਰੂ ਜੀ ਨੇ ਦੇਖਿਆ ਘੋੜੇ ਦੇ ਅੱਖਾਂ ਦੇ ਵਿੱਚੋਂ ਅਥਰੂ ਡਿੱਗ ਰਹੇ ਨੇ। ਸਤਿਗੁਰੂ ਜੀ ਕਹਿੰਦੇ ਇਸ ਘੋੜੇ ਨੂੰ ਵਿਛੋੜੇ ਦੀ ਪੀੜਾ ਜਾਗ ਰਹੀ ਹੈ। ਦੂਜੇ ਸਿੱਖਾਂ ਨੇ ਵੱਖੋ ਵੱਖਰੀ ਵਿਚਾਰ ਕੀਤੀ। ਸਤਿਗੁਰੂ ਜੀ ਕੀ ਪਤਾ ਇਹ ਘੋੜਾ ਏਡਾ ਲੰਮਾ ਸਫ਼ਰ ਤੈਅ ਕਰਕੇ ਆਇਆ, ਆਉਂਦਾ ਥੱਕ ਗਿਆ ਹੋਣਾ, ਇਹ ਤਾਂ ਰੋਂਦਾ, ਥੱਕ ਗਿਆ ਹੋਵੇਗਾ। ਕੋਈ ਕਹਿੰਦਾ ਜੀ ਕਿਲੇ ਦੀ ਕੰਧ ਟਪਾਈ ਹੈ, ਪਾਣੀ ਵਿੱਚ ਦੀ ਛਾਲ ਮਰਾਈ, ਦੂਜੇ ਪਾਸੇ ਰਾਵੀ ਨਦੀ ਵਿੱਚ ਕੋਸ਼ੇ ਦੇ ਸੱਟ ਫੇਟ ਲੱਗ ਗਈ ਹੋਣੀ ਤਾਂ ਰੋਂਦਾ। ਸਤਿਗੁਰੂ ਜੀ ਕਹਿੰਦੇ ਨਹੀਂ ਸਿੱਖੋ, ਇਹ ਦਿਲਬਾਗ ਤੇ ਗੁਲਬਾਗ ਘੋੜੇ ਕਾਫੀ ਲੰਮੇ ਸਮੇਂ ਤੋਂ ਇੱਕ ਥਾਂ ਤੇ, ਇੱਕ ਜਗ੍ਹਾ ਤੇ ਰਹਿੰਦੇ ਰਹੇ, ਇੱਕੋ ਜਿਹਾ ਖਾਣਾ ਖਾਂਦੇ ਰਹੇ, ਪੱਠੇ ਘਾਹ ਖਾਂਦੇ ਰਹੇ, ਤੇ ਦੋਨਾਂ ਦਾ ਆਪਸ ਦੇ ਵਿੱਚ ਭਰਾਵਾਂ ਵਾਲਾ ਸੰਬੰਧ ਬਣ ਗਿਆ। ਹੁਣ ਭਰਾ ਜਦੋਂ ਇੱਕ ਭਰਾ ਦੂਜੇ ਭਰਾ ਤੋਂ ਵਿਛੋੜਾ ਪੈਂਦਾ, ਤੇ ਕਹਿੰਦੇ ਉਹਨਾਂ ਦੇ ਮਨ ਦੇ ਵਿੱਚ ਆਟੋਮੈਟਿਕਲੀ ਵਿਛੋੜੇ ਦੀ ਪੀੜ ਜਾਗਦੀ ਹੈ। ਸਤਿਗੁਰੂ ਜੀ ਕਹਿੰਦੇ ਨਾ ਤੇ ਘੋੜੇ ਦੇ ਕੋਈ ਸੱਟ ਵੱਜੀ ਹੈ, ਨਾ ਘੋੜਾ ਥੱਕਿਆ, ਨਾ ਕੋਈ ਇਹਨੂੰ ਹੋਰ ਦੁੱਖ ਤਕਲੀਫ ਹੈ, ਇਹਨੂੰ ਕੇਵਲ ਵਿਛੋੜੇ ਦਾ ਰੋਗ ਹੈ। ਤੇ ਵਿਛੋੜੇ ਦਾ ਰੋਗ ਮੌਤ ਤੋਂ ਭੈੜਾ। ਅੱਠੇ ਪੈਰ ਦਿਨ ਬ ਦਿਨ ਸਮੇਂ ਔਰ ਸਮੇਂ ਦੇ ਵਿੱਚ ਕਹਿੰਦੇ ਮੌਤ ਨਾਲੋਂ ਵੀ ਵਧੇਰੇ ਕਰਕੇ ਤਕਲੀਫ ਦੁੱਖ ਮਹਿਸੂਸ ਹੁੰਦਾ ਵਿਛੋੜੇ ਦਾ।
ਹੁਣ ਇਹਨੂੰ ਗੁਲਬਾਗ ਘੋੜੇ ਨੂੰ ਵਿਛੋੜੇ ਦਾ ਦੁੱਖ ਲੱਗ ਰਿਹਾ, ਜਿਹੜਾ ਮੌਤ ਤੋਂ ਬੇਅੰਤ ਤਕਲੀਫਦਾਇਕ ਹੈ, ਤੇ ਕਹਿੰਦੇ ਉਹਦੇ ਕਾਰਨ ਕਰਕੇ ਘੋੜਾ ਰੋਂਦਾ ਏ। ਸਤਿਗੁਰੂ ਜੀ ਨੇ ਘੋੜੇ ਦੇ ਸਰੀਰ ਉੱਤੇ ਹੱਥ ਫੇਰਿਆ ਤੇ ਅਚਨਚੇਤ ਵਿਚਾਰ ਕੀਤੀ, ਬਚਨ ਕਹੇ ਸੁਭਾਵਿਕ। ਸਤਿਗੁਰੂ ਜੀ ਕਹਿੰਦੇ ਕੋਈ ਨਹੀਂ ਭਾਈ, ਤੂੰ ਗੁਰੂ ਨਾਨਕ ਦੇ ਦਰ ਕਰ ਦੀ ਸੇਵਾ ਦੇ ਵਿੱਚ ਆਇਆ, ਤੇਰੇ ਤੇ ਕਿਰਪਾ ਵਰਤੇਗੀ। ਯਾਦ ਰੱਖੀ ਜਿਹਦੇ ਵਾਸਤੇ ਤੂੰ ਰੋਣਾ ਉਹ ਵੀ ਯਾਦ ਆਵੇਗਾ, ਉਹ ਵੀ ਮਿਲ ਪਵੇਗਾ। ਆ ਵਿਛੋੜੇ ਦਾ ਦੁੱਖ ਅਸੀਂ ਕੱਟ ਹੀ ਦਿਆਂਗੇ, ਉਹ ਵੀ ਤੈਨੂੰ ਮਿਲ ਪਵੇਗਾ। ਇਹ ਬਚਨ ਕਹੇ ਗੁਰੂ ਨੇ। ਤੇ ਬਚਨ ਕਹਿ ਕੇ ਸਤਿਗੁਰੂ ਜੀ ਅਚਨਚੇਤ ਇਕਾਂਤ ਜਗ੍ਹਾ ਤੇ ਆ ਗਏ ਇਕੱਲੇ ਹੀ। ਬਾਅਦ ਵਿੱਚ ਜੋਧ ਰਾਏ ਨੂੰ ਬੁਲਾਇਆ ਕੋਲੇ, ਸਤਿਗੁਰੂ ਜੀ ਨੇ ਨਾਲ ਭਾਈ ਵਿਧੀ ਚੰਦ ਜੀ ਨੂੰ ਬੁਲਾ ਲਿਆ। ਸਤਿਗੁਰੂ ਜੀ ਕਹਿੰਦੇ ਦੇਖ ਭਾਈ ਵਿਧੀ ਚੰਦ ਜੀ, ਜੋਧ ਰਾਏ ਜੀ, ਅਸੀਂ ਤੇ ਵਿਚਾਰ ਕੀਤੀ ਕਿ ਵਿਛੋੜੇ ਦਾ ਦੁੱਖ ਬਹੁਤ ਵੱਡਾ ਏ ਘੋੜੇ ਵਾਸਤੇ, ਤੇ ਹੋਰ ਨਾ ਸਕੇ ਇਹਦੇ ਪੱਠੇ ਡੱਕੇ ਖਾਣੋਂ ਵੀ ਬੰਦ ਹੋ ਗਿਆ, ਸਰੀਰ ਇਹਦਾ ਲਿੱਸਾ ਪੈ ਗਿਆ। ਹੁਣ ਜਿਵੇਂ ਦੀ ਇਹਦੀ ਹਾਲਤ ਹੈ ਉਦਾਂ ਦੀ ਹਾਲਤ ਕਹਿੰਦੇ ਦੂਜੇ ਘੋੜੇ ਦੀ ਹੋਣੀ ਉੱਥੇ। ਹੋ ਨਾ ਸਕੇ ਕਿ ਇਹ ਦੋਨੋਂ ਘੋੜੇ ਆਪਸ ਦੇ ਵਿੱਚ ਵਿਛੋੜੇ ਦੇ ਰੋਗ ਦੇ ਵਿੱਚ ਮਰ ਜਾਣ, ਤੇ ਇਹਨਾਂ ਦੀ ਮੌਤ ਦੀ ਜਿਹੜਾ ਪਾਪ ਹੈ ਉਹ ਸਾਨੂੰ ਨਾ ਲੱਗੇ। ਤੁਸੀਂ ਇਉਂ ਕਰੋ, ਜਾਂ ਤਾਂ ਇਹ ਘੋੜੇ ਨੂੰ ਉੱਥੇ ਛੱਡ ਆਓ, ਜਾਂ ਫਿਰ ਦੂਜਾ ਵੀ ਘੋੜਾ ਲਿਆਓ, ਦੋਨਾਂ ਨੂੰ ਮਿਲਾਉਣਾ ਜ਼ਰੂਰੀ ਹੈ, ਨਹੀਂ ਤੇ ਮਰ ਜਾਣਗੇ ਦੋਨੇ ਹੀ। ਜਾਂ ਇਹਨੂੰ ਉੱਥੇ ਛੱਡਿਓ ਜਾਂ ਫਿਰ ਉਹਨੂੰ ਇੱਥੇ ਲਿਆਓ। ਸਤਿਗੁਰੂ ਜੀ ਨੇ ਬਚਨ ਕਹੇ। ਤੇ ਉਸ ਵੇਲੇ ਜੋਧ ਰਾਏ ਨੇ ਬੇਨਤੀ ਕੀਤੀ ਹੱਥ ਜੋੜ ਕੇ, ਸਤਿਗੁਰੂ ਜੀ ਹਾਂ ਜਿਹੜੀ ਤੁਸੀਂ ਕਹਿੰਦੇ ਗੱਲ, ਜਾਂ ਇਹਨੂੰ ਉੱਥੇ ਛੱਡਿਓ ਜਾਂ ਉਹਨੂੰ ਉੱਥੇ ਲਿਆਓ, ਇਹਨੂੰ ਉੱਥੇ ਛੱਡਣ ਦੀ ਗੱਲ ਤੇ ਤੁਸੀਂ ਇਹ ਨਾ ਕਹੋ। ਦੂਜੀ ਗੱਲ ਕਹੋ ਕਿ ਉਸ ਘੋੜੇ ਨੂੰ ਇੱਥੇ ਲਿਆਓ, ਇਹ ਚੰਗੀ ਗੱਲ ਹੈ। ਇਹ ਕਹਿੰਦੇ ਆ, ਇਹ ਮੰਨਦੇ ਆ। ਤੇ ਸਤਿਗੁਰੂ ਜੀ ਹੱਸ ਪਏ, ਕਹਿਣ ਲੱਗੇ ਭਾਈ ਸਿੱਖੋ, ਤੁਹਾਡੇ ਤੋਂ ਅਸੀਂ ਇਹੀ ਸੁਣਨਾ ਚਾਹੁੰਦੇ ਸਾਂ। ਉਸ ਵੇਲੇ ਭਾਈ ਵਿਧੀ ਚੰਦ ਨੂੰ ਸਤਿਗੁਰੂ ਨੇ ਫਿਰ ਥਾਪੜਾ ਦਿੱਤਾ। ਕਹਿੰਦੇ ਭਾਈ ਵਿਧੀ ਚੰਦ ਜੀ, ਤੁਹਾਡੇ ਤੋਂ ਬਿਨਾਂ ਇਹ ਸੇਵਾ ਕੋਈ ਕਰ ਨਹੀਂ ਸਕਦਾ। ਜਿਵੇਂ ਪਹਿਲਾਂ ਤੁਸੀਂ ਬੜੇ ਬਾਖੂਬੀ, ਬੜੇ ਸੁਚੱਜੇ ਢੰਗ ਦੇ ਨਾਲ ਇਹ ਘੋੜਾ ਉੱਥੋਂ ਲੈ ਕੇ ਆਂਦਾ ਚੁਰਾ ਕੇ, ਉਸ ਤਰ੍ਹਾਂ ਦੂਜਾ ਘੋੜਾ ਵੀ ਲੈ ਕੇ ਆਓ। ਤੇ ਭਾਈ ਵਿਧੀ ਚੰਦ ਨੇ ਸਤਿਗੁਰ ਦੇ ਸਨਮੁਖ ਬੇਨਤੀ ਕੀਤੀ। ਕਹਿਣ ਲੱਗੇ ਸਤਿਗੁਰੂ ਜੀ, ਜਿਵੇਂ ਪਹਿਲਾ ਘੋੜਾ ਲਿਆਂਦਾ ਉਵੇਂ ਇਹ ਲੈ ਕੇ ਆਵਾਂਗਾ, ਪਰ ਐਡੀ ਕੁ ਕਿਰਪਾ ਕਰਿਓ, ਜਿਵੇਂ ਪਹਿਲਾਂ ਕਿਰਪਾ ਕੀਤੀ ਉਸ ਤਰ੍ਹਾਂ ਤੁਸੀਂ ਇਸ ਘੋੜੇ ਲਿਆਉਣ ਤੇ ਵੀ ਕਿਰਪਾ ਕਰਿਓ। ਮੈਂ ਤੇ ਤੁਸੀਂ ਕਹਿੰਦੇ ਹੋ ਉਸ ਸ਼ਾਹਜਹਾਨ ਦੇ ਵੱਡੇ ਤਕੜੇ ਪਹਿਰੇ ਦੇ ਵਿੱਚੋਂ, ਵੱਡੀ ਫੌਜ ਦੀ ਚੌਕਸੀ ਦੇ ਵਿੱਚੋਂ ਘੋੜਾ ਚੁਰਾਉਣਾ ਕੋਈ ਬਹੁਤੀ ਔਖੀ ਗੱਲ ਨਹੀਂ। ਕਹਿੰਦੇ ਇਹਦੇ ਇੱਕ ਇੱਟਾਂ ਦਾ ਕਿਲਾ ਬਣਾਇਆ, ਦੀਵਾਰ ਬਣਾਈ ਹੈ ਇੱਟਾਂ ਦੀ, ਉਹਦਾ ਕਿਲਾ ਬਣਾਇਆ। ਇਹ ਮੇਰੇ ਵਾਸਤੇ ਕੋਈ ਬਹੁਤੀ ਔਖੀ ਗੱਲ ਨਹੀਂ, ਜੇ ਤੇਰੀ ਕਿਰਪਾ ਸਤਿਗੁਰੂ ਜੀ ਮੇਰੇ ਤੇ ਵਰਤੇ। ਮੈਂ ਤੇ ਕਹਿੰਦੇ ਵੱਡੇ ਵੱਡੇ ਲੋਹੇ ਦੀਆਂ ਦੀਵਾਰਾਂ ਨੂੰ ਵੀ ਚੀਰ ਕੇ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹੋ ਜਾਵਾਂ, ਉੱਥੋਂ ਵੀ ਵਸਤੂਆਂ ਚੁਰਾ ਲਿਆਵਾਂ। ਆਪ ਜੀ ਕਹੋ ਤੇ ਕਹਿੰਦੇ ਵਰਣ ਦੇ ਘੋੜੇ ਚੁਰਾ ਲਿਆਵਾਂ। ਆਪ ਜੀ ਕਿਰਪਾ ਕਰੋ, ਕਹਿੰਦੇ ਆਸਮਾਨ ਦੇ ਵਿੱਚੋਂ ਬੇਅੰਤ ਗੁਰੂ ਘਰ ਦੀਆਂ ਸੇਵਾਵਾਂ ਵਾਸਤੇ ਵਸਤੂਆਂ ਤੋੜ ਲਿਆਵਾਂ। ਦੱਸੋ ਹੁਕਮ ਕਰੋ, ਪਰ ਹੁਕਮ ਉਦੋਂ ਕਰਿਓ ਜਦੋਂ ਤੁਹਾਡੀ ਕਿਰਪਾ ਹੋਵੇ ਨਾਲ, ਤੁਹਾਡੀ ਕਿਰਪਾ ਤੋਂ ਬਿਨਾਂ ਨਹੀਂ। ਉਸ ਵੇਲੇ ਸਤਿਗੁਰੂ ਜੀ ਦੀ ਕਿਰਪਾ ਹੋਈ। ਸਤਿਗੁਰੂ ਜੀ ਨੇ ਹੱਸ ਕੇ ਮੁਸਕਰਾ ਕੇ ਕਿਹਾ, ਜਾ ਭਾਈ ਵਿਧੀ ਚੰਦਾ, ਤੁਹਾਡੇ ਤੇ ਇਹੋ ਜੀ ਕਿਰਪਾ ਰਹਿਮਤ ਵਰਤੇਗੀ ਕਿ ਉਹ ਜਿਹੜੇ ਸ਼ਾਹਜਹਾਨ ਦੇ ਅਹਿਲਕਾਰ ਹੈ, ਪਾਪੀ ਦੁਸ਼ਟ ਨੇ, ਉਹ ਆਪ ਤੁਹਾਨੂੰ ਘੋੜਾ ਸੌਂਪਣਗੇ। ਉਹਨਾਂ ਦੇ ਸਾਹਮਣੇ ਤੁਸੀਂ ਘੋੜਾ ਲੈ ਕੇ ਆਵੋਗੇ। ਇਦਾਂ ਦੀ ਵਿਧੀ ਬਣੇਗੀ, ਇਦਾਂ ਦੀ ਵਿਚਾਰ ਬਣੇਗੀ। ਸਤਿਗੁਰੂ ਜੀ ਕਹਿੰਦੇ ਸਾਹਮਣੇ ਲੈ ਕੇ ਆਉਂਗੇ ਉਹਨਾਂ ਦੇ, ਤੇ ਤੁਹਾਡੇ ਨਾਲ ਕੁਝ ਉਹ ਕਰ ਵੀ ਨਹੀਂ ਸਕਦੇ।
ਜਾਓ ਤੁਹਾਡੇ ਤੇ ਕਿਰਪਾ। ਕਹਿੰਦੇ ਸਤਿਗੁਰ ਨੇ ਇਦਾਂ ਬਚਨ ਕਹੇ, ਅਰਦਾਸ ਬੇਨਤੀ ਕਰਕੇ ਭਾਈ ਵਿਧੀ ਚੰਦ ਜੀ ਲਾਹੌਰ ਦੀ ਧਰਤੀ ਵੱਲ ਚੱਲੇ ਨੇ ਦੂਜਾ ਘੋੜਾ ਲੈਣ ਵਾਸਤੇ। ਅਰਦਾਸ ਕਰਕੇ ਤੁਰ ਪਿਆ। ਰਸਤੇ ਵਿੱਚ ਇਹ ਵੀ ਵਿਚਾਰ ਕਰਦਾ, ਗੁਰੂ ਤੇ ਭਰੋਸਾ ਯਕੀਨ ਵਿਸ਼ਵਾਸ ਬਹੁਤ ਹੈ। ਮੈਂ ਇੱਥੇ ਬੇਨਤੀ ਕਰ ਦੇਵਾਂ ਪਿਆਰਿਓ, ਜਦੋਂ ਸਤਿਗੁਰ ਦੇ ਵਿਸ਼ਵਾਸ ਵੱਜਣਾ ਸ਼ੁਰੂ ਹੋ ਜਾਵੇ, ਯਕੀਨ ਬਣਨਾ ਸ਼ੁਰੂ ਹੋ ਜਾਵੇ, ਉਦੋਂ ਤੇ ਕਹਿੰਦੇ ਫਿਰ ਸੁਭਾਵਿਕ ਕੁਝ ਵੀ ਕੰਮ ਕਰ ਦਈਏ ਜਾਂ ਤੁਰੇ ਜਾਂਦੇ ਅਚਨਚੇਤ ਮਨ ਵਿੱਚ ਕੋਈ ਵੀ ਫੁਰਨਾ ਜਾਗ ਪਵੇ, ਉਹ ਸਤਿਗੁਰ ਦੇ ਇਹੋ ਜਿਹਾ ਵਿਸ਼ਵਾਸ ਇਹੋ ਜਿਹਾ ਯਕੀਨ ਹੁੰਦਾ ਤੇ ਆਪਾਂ ਉਹ ਗੱਲ ਆਟੋਮੈਟਿਕਲੀ ਸਤਿਗੁਰ ਦੇ ਸਨਮੁਖ ਜੋੜਨਾ ਸ਼ੁਰੂ ਕਰ ਦਿੰਨੇ ਆ ਕਿ ਆਹ ਸਤਿਗੁਰ ਨੇ ਕਿਰਪਾ ਕਰ ਦਿੱਤੀ। ਤੇ ਸਤਿਗੁਰ ਦੀ ਕਿਰਪਾ ਦੇ ਨਾਲ ਹੀ ਹੋਇਆ। ਅਸਲ ਦੇ ਵਿੱਚ ਹੁੰਦਾ ਵੀ ਇਦਾਂ ਹੀ ਹੈ। ਜਦੋਂ ਵਿਸ਼ਵਾਸ ਯਕੀਨ ਭਰੋਸਾ ਸਤਿਗੁਰ ਤੇ ਵੱਧ ਜਾਵੇ, ਸਤਿਗੁਰ ਦੀ ਕਿਰਪਾ ਕਰ ਦੇਵਣ, ਫਿਰ ਇਦਾਂ ਦੇ ਮਨ ਦੇ ਵਿੱਚ ਫੁਰਨੇ ਵੱਜਣੇ ਸ਼ੁਰੂ ਹੋ ਜਾਂਦੇ ਨੇ। ਸਤਿਗੁਰੂ ਦੀ ਕਿਰਪਾ ਕਰ ਦਿੰਦੀ। ਇਹ ਯਕੀਨ ਦੇ ਨਾਲ ਫਿਰ ਜਿਹੜੇ ਕੰਮ ਹੋਣੇ ਨਹੀਂ ਉਹ ਵੀ ਹੋਣੇ ਸ਼ੁਰੂ ਹੋ ਜਾਂਦੇ। ਉਸ ਕਾਰਜਾਂ ਦੇ ਵਿੱਚੋਂ ਵੀ ਸਫਲਤਾਈਆਂ ਪ੍ਰਾਪਤ ਹੋਣੀਆਂ ਸ਼ੁਰੂ ਹੋ ਜਾਂਦੀਆਂ। ਨਾ ਮੁਮਕਿਨ ਨੂੰ ਮੁਮਕਿਨ ਦੇ ਵਿੱਚ ਤੇ ਮੁਮਕਿਨ ਨੂੰ ਨਾ ਮੁਮਕਿਨ ਦੇ ਵਿੱਚ ਤਬਦੀਲ ਹੁੰਦਿਆਂ ਦੇਰ ਨਹੀਂ ਲੱਗਦੀ। ਫਿਰ ਉਸ ਵੇਲੇ ਭਾਈ ਵਿਧੀ ਚੰਦ ਜੀ ਸਤਿਗੁਰ ਦੇ ਵਿਸ਼ਵਾਸ ਯਕੀਨ ਭਰੋਸਾ ਧਾਰ ਕੇ ਤੁਰੇ ਜਾ ਰਹੇ ਨੇ। ਸਤਿਗੁਰ ਦੀ ਕਿਰਪਾ ਹੋਈ ਤੇ ਇਧਰੋਂ ਜੋਧਰਾਏ ਨੇ ਬੇਨਤੀ ਕੀਤੀ, ਸਤਿਗੁਰ ਜੀ ਹੁਣ ਕਿਰਪਾ ਕਰੋ, ਤੁਸੀਂ ਇਸ ਨਗਰ ਭਾਈ ਰੂਪੇ ਨਗਰ ਵਿੱਚ ਕਾਫੀ ਲੰਮਾ ਸਮਾਂ ਹੋ ਗਿਆ ਤੁਹਾਨੂੰ ਵਿਚਾਰ ਕਰਦੇ ਆ, ਸੰਗਤਾਂ ਨੂੰ ਦਰਸ਼ਨ ਦਿੰਦੇ ਆ, ਤੁਸੀਂ ਆਓ ਕਦੋਂ? ਹੁਣ ਇਹ ਨਗਰ ਨੂੰ ਛੱਡ ਕੇ ਆ ਮੇਰੇ ਨਗਰ ਵਿੱਚ ਚੱਲੋ। ਕਾਂਗੜ ਨਗਰ ਹੈ ਉੱਥੇ ਨਾਲ ਹੀ ਨਜ਼ਦੀਕ, ਤਕਰੀਬਨ 3-4 ਕਿਲੋਮੀਟਰ ਤੇ ਦੂਰੀ ਤੇ ਆ। ਤੁਸੀਂ ਕਿਰਪਾ ਕਰੋ ਇੱਥੋਂ ਚੱਲੋ, ਚੱਲ ਕੇ ਮੇਰੇ ਨਗਰ ਵਿੱਚ ਪਧਾਰੋ, ਉੱਥੇ ਵੱਡਾ ਡੇਰਾ ਕਰਨੇ ਆ। ਤੇ ਬਾਕੀ ਜੇਕਰ ਸ਼ਾਹਜਹਾਨ ਦੀ ਫੌਜ ਵੱਲੋਂ ਕਹਿੰਦੇ ਇਦਾਂ ਵਿਚਾਰ ਹੋਵੇਗੀ ਜੰਗ ਯੁੱਧ ਦੀ, ਤੇ ਕਹਿੰਦੇ ਮੇਰੇ ਕੋਲੇ ਵੀ ਫੌਜਾਂ ਕਾਫੀ, ਆਪਾਂ ਰਲ ਕੇ ਡਟ ਕੇ ਮੁਕਾਬਲਾ ਕਰਾਂਗੇ ਉਹਨਾਂ ਦਾ। ਚੱਲੋ ਤੁਸੀਂ ਕਾਂਗੜ ਨਗਰ ਵਿਖੇ ਚੱਲੋ ਮੇਰੇ। ਆਪ ਜੀ ਉੱਥੇ ਚਰਨ ਪਾ ਕੇ ਮੈਨੂੰ ਵੀ ਸੇਵਾ ਦਾ ਮੌਕਾ ਬਖਸ਼ੋ, ਏਦਾਂ ਬੇਨਤੀ ਕੀਤੀ ਜੋਧਰਾਏ ਨੇ। ਤੇ ਇਧਰੋਂ ਭਾਈ ਵਿਧੀ ਜੀ ਚਲਾ ਗਿਆ ਲਾਹੌਰ, ਤੇ ਸਤਿਗੁਰ ਜੀ ਵੀ ਮੰਨ ਗਏ ਭਾਈ ਜੋਧਰਾਏ ਦੇ ਨਾਲ ਤੁਰਨ ਵਾਸਤੇ। ਉਸ ਵੇਲੇ ਅਚਾਨਕ ਸਤਿਗੁਰੂ ਜੀ ਨੇ ਸਿੱਖਾਂ ਨੂੰ ਹੁਕਮ ਕੀਤਾ, ਭਾਈ ਸਾਧੂ ਜੀ ਇਹਦਾ ਪੁੱਤਰ ਰੂਪ ਚੰਦ ਜੀ, ਉਹਨਾਂ ਨੂੰ ਸਾਰਿਆਂ ਨੂੰ ਕਿਹਾ, ਨਗਰ ਦੇ ਮੋਹਤਵਾਰ ਲੋਕਾਂ ਨੂੰ ਕਿਹਾ ਵੀ ਅਸੀਂ ਅੱਗੇ ਜਾਣਾ ਚਾਹੁੰਦੇ ਆ। ਸਾਰੇ ਜਿਹੜੇ ਨਗਰ ਦੇ ਲੋਕ ਆ ਉਹ ਵੀ ਖਲੋਗੇ, ਸਤਿਗੁਰੂ ਜੀ ਅਸੀਂ ਵੀ ਨਾਲ ਚੱਲਾਂਗੇ, ਜਾਂ ਤੇ ਫਿਰ ਤੁਸੀਂ ਇੱਥੇ ਹੀ ਰਹੋ, ਸੇਵਾ ਬਖਸ਼ੋ ਸਾਨੂੰ। ਸਤਿਗੁਰੂ ਜੀ ਕਹਿੰਦੇ ਨਹੀਂ ਭਾਈ, ਜਿਵੇਂ ਤੁਹਾਡਾ ਸਾਡੇ ਨਾਲ ਪਿਆਰ ਹੈ ਨਾ, ਇਸੇ ਤਰ੍ਹਾਂ ਜਿੱਥੇ ਅਸੀਂ ਜਾਂਦੇ ਹਾਂ ਉੱਥੋਂ ਦੀ ਸੰਗਤ ਦਾ ਵੀ ਸਾਡੇ ਨਾਲ ਇਦਾਂ ਹੀ ਪਿਆਰ ਹੈ, ਇਵੇਂ ਭਾਵਨਾ ਉਹਨਾਂ ਦੀ। ਹੁਣ ਜਿਵੇਂ ਤੁਹਾਨੂੰ ਅਸੀਂ ਸੇਵਾ ਦਾ ਮੌਕਾ ਦਿੱਤਾ ਸੀ ਉਹਨਾਂ ਨੂੰ ਵੀ ਦੇਣਾ ਚਾਹੁੰਦੇ ਆ। ਇਸ ਕਰਕੇ ਤੁਸੀਂ ਇੱਥੇ ਆਪੋ ਆਪਣੇ ਥਾਵਾਂ ਤੇ ਆਪੋ ਆਪਣੇ ਘਰਾਂ ਵਿੱਚ ਰਹੋ, ਵਿਚਰੋ, ਆਪੋ ਆਪਣੇ ਬੱਚਿਆਂ ਦੀ ਪਰਵਰਿਸ਼ ਕਰੋ, ਗ੍ਰਸਤੀ ਮਾਰਗ ਵਿੱਚ ਵਿਚਰੋ ਤੇ ਸਿੱਖੀ ਦੀ ਪਾਲਣਾ ਕਰੋ। ਸਤਿਗੁਰੂ ਜੀ ਨੇ ਹੁਕਮ ਕੀਤਾ। ਭਾਈ ਸਾਧੂ ਭਾਈ ਰੂਪ ਚੰਦ ਦੋਨਾਂ ਨੂੰ ਵਿਚਾਰ ਕੀਤੀ, ਕਹਿੰਦੇ ਤੁਸੀਂ ਗੁਰੂ ਨਾਨਕ ਦੀ ਦਰਗਾਹ ਦੇ ਲੰਗਰਾਂ ਦੀ ਸੇਵਾ ਕਰਦੇ ਰਹੇ ਹੋ, ਤੁਹਾਡੇ ਤੇ ਸਤਿਗੁਰੂ ਦੀ ਕਿਰਪਾ ਰਹਿਮਤ ਵਰਤੇਗੀ, ਤੁਹਾਡੇ ਵੰਸ਼ ਦੀ ਜਿਹੜੀ ਹੈ ਗੁਰੂ ਨਾਨਕ ਦੀ ਕਿਰਪਾ ਵਰਤੇਗੀ, ਤੁਹਾਡੀ ਵੰਸ਼ ਬੜੀ ਪ੍ਰਫੁੱਲਤ ਹੋਵੇਗੀ। ਆ ਜਿਹੜਾ ਨਗਰ ਭਾਈ ਰੂਪਾ ਕਹਿੰਦੇ ਬੜਾ ਪ੍ਰਸਿੱਧ ਹੋਵੇਗਾ, ਸਤਿਗੁਰੂ ਦੀ ਕਿਰਪਾ ਵਰਤੀ। ਇਦਾਂ ਬਚਨ ਕਹਿ ਕੇ ਗੁਰੂ ਜੀ ਹੁਣ ਇੱਥੋਂ ਕਾਂਗੜ ਨਗਰ ਵਿਖੇ ਚਲੇ ਗਏ, ਭਾਈ ਜੋਧਰਾਏ ਦੇ ਨਗਰ। ਤੇ ਉਧਰ ਕਹਿੰਦੇ ਭਾਈ ਵਿਧੀ ਚੰਦ ਜੀ ਲਾਹੌਰ ਵਿਖੇ ਪਹੁੰਚ ਗਏ। ਉਹ ਵਿਚਾਰ ਕਰਦੇ ਹੁਣ ਦੂਜਾ ਘੋੜਾ ਕਿਵੇਂ ਲੈ ਕੇ ਆਵਾਂ, ਤੇ ਜੇ ਮੈਂ ਗਿਆ ਇਦਾਂ ਹੀ ਉਹਨਾਂ ਨੇ ਪਕੜ ਲੈਣਾ, ਤੂੰ ਕਿੱਥੇ ਚਲਾ ਗਿਆ ਸੀ, ਘੋੜਾ ਗਾਇਬ ਹੋ ਗਿਆ। ਮੇਰੇ ਤੇ ਸ਼ੱਕ ਕਰਨਗੇ, ਬੇਅੰਤ ਵਿਚਾਰਾਂ ਕਰਨਗੇ, ਪੁੱਛ ਦੱਸ ਪੜਚੋਲ ਕਰਨਗੇ,
ਕਿਵੇਂ ਨਾ ਕਿਵੇਂ ਮੈਥੋਂ ਉਦਾਂ ਦੀ ਗੱਲ ਬਣ ਜਾਣੀ ਆ ਤੇ ਬਾਅਦ ਵਿੱਚ ਸਜ਼ਾ ਦੇਣਗੇ। ਹੁਣ ਉਸ ਭਾਈ ਵਿਧੀ ਚੰਦ ਨੇ ਵਿਚਾਰ ਕੀਤੀ ਕੀ ਕੀਤਾ ਜਾਵੇ। ਪਤਾ ਲੱਗਿਆ ਉਹਨੂੰ, ਕਹਿੰਦੇ ਵੀ ਸ਼ਾਹਜਹਾਨ ਦੇ ਅਹਿਲਕਾਰ ਸੌਂਦੇ ਖਾਨ, ਬਾਕੀ ਹੋਰ ਜਿਹੜੇ ਅਹਿਲਕਾਰ ਐ ਉਹ ਕੋਸ਼ਿਸ਼ ਕਰਦੇ ਆ ਘੋੜੇ ਪਤਾ ਕਰਨ ਦੀ, ਕਿੱਧਰ ਗਿਆ ਘੋੜਾ। ਉਹਨਾਂ ਨੇ ਖੋਜਕਾਰੀ ਬੁਲਾਏ ਨੇ, ਖੋਜਕਾਰੀਆਂ ਨੂੰ ਬੁਲਾਉਂਦੇ ਨੇ, ਖੋਜ ਕਰ ਕਰਕੇ ਦੇਖਦੇ ਆ, ਜਾਸੂਸੀ ਕਰ ਕਰਕੇ ਦੇਖਦੇ ਕਿਵੇਂ ਪਤਾ ਲੱਗੇ। ਤੇ ਨਾਲ ਇਹ ਵੀ ਹੈ, ਕਹਿੰਦੇ ਨਜੂਮੀਆਂ ਨੂੰ ਵੀ ਬੁਲਾ ਕੇ, ਜਾਦੂ ਟੂਣਿਆਂ ਵਾਲੇ ਬਾਬਿਆਂ ਨੂੰ ਵੀ ਬੁਲਾਉਂਦੇ ਆ, ਵੇਖਦੇ ਪੁੱਛਦੇ ਆ ਕਿੱਧਰ ਗਿਆ ਘੋੜਾ, ਪਰ ਕਿਸੇ ਨੂੰ ਕੋਈ ਸਮਝ ਨਹੀਂ ਆਉਂਦੀ। ਉਸ ਵੇਲੇ ਭਾਈ ਵਿਧੀ ਚੰਦ ਨੇ ਵਿਚਾਰ ਕੀਤੀ, ਲੈ ਹੁਣ ਸਤਿਗੁਰ ਨੇ ਆਪ ਹੀ ਬਖਸ਼ਿਸ਼ ਕਰ ਦਿੱਤੀ, ਮੈਂ ਵੀ ਨਜੂਮੀਆਂ ਬਣਦਾ। ਨਜੂਮੀਏ ਦਾ ਭਾਵ ਹੁੰਦਾ ਇਦਾਂ ਦਾ ਉਹਨੇ ਭੇਦ ਬਣਾ ਲਿਆ, ਇਦਾਂ ਦਾ ਭੇਸ ਬਣਾ ਲਿਆ ਕਿ ਜਾਦੂ ਟੂਣਿਆਂ ਵਾਲੇ ਬਾਬਿਆਂ ਦਾ ਜਿਵੇਂ ਹੁੰਦਾ ਉਦਾਂ ਦਾ ਭੇਸ ਜਿਹਾ ਬਣਾ ਲਿਆ। ਉਹਨੇ ਇੱਕ ਰੰਗ ਬਰੰਗ ਅਨੇਕ ਭਾਂਤ ਭਾਂਤ ਦੇ ਰੰਗਾਂ ਦਾ ਉਹਨੇ ਇੱਕ ਚੋਲਾ ਪਹਿਨ ਲਿਆ ਲੰਮਾ, ਤੇ ਲੀਰਾਂ ਵਾਲੀ ਦਸਤਾਰ ਬੰਨ ਲਈ। ਦਾੜੇ ਨੂੰ ਇਦਾਂ ਕੀਤਾ, ਅੱਧਾ ਬੰਨ ਕੇ ਪਿੱਛੇ ਨੂੰ ਛੁੱਟ ਲਿਆ ਤੇ ਅੱਧੇ ਕ ਦਾੜੇ ਨੂੰ ਉਦਾਂ ਦਾ ਰੰਗ ਕਰ ਲਿਆ। ਕਹਿੰਦੇ ਇਉਂ ਪ੍ਰਤੀਤ ਹੁੰਦਾ, ਜਾਣ ਪਛਾਣ ਹੀ ਨਹੀਂ ਹੋ ਰਹੀ ਕਿ ਭਾਈ ਵਿਧੀ ਚੰਦ ਹੈ। ਤੇ ਸਤਿਗੁਰੂ ਜੀ ਦੀ ਕਿਰਪਾ ਵਰਦੀ ਉਸ ਵੇਲੇ ਮਹਿਲਾਂ ਦੇ ਬਾਹਰ ਜਾ ਕੇ ਬਹਿ ਗਿਆ। ਉਹ ਸ਼ਾਹਜਹਾਨ ਦੇ ਹੋਕਾ ਦੇ ਰਿਹਾ, ਮੈਥੋਂ ਪੁੱਛ ਪੜਤਾਲ ਕਰਾ ਲਓ, ਜੇ ਕਿਸੇ ਦੀ ਕੋਈ ਚੀਜ਼ ਗਵਾਚੀ ਹੈ ਲੱਭ ਕੇ ਦਿਆਂਗਾ, ਪੂਰੀਆਂ ਨਿਸ਼ਾਨੀਆਂ ਦੱਸਾਂਗਾ, ਸਾਰੀ ਖੋਜ ਕਰਾਂਗਾ। ਅਗਰ ਕਿਸੇ ਦੀ ਕੋਈ ਚੀਜ਼ ਗਵਾਚੀ ਤੇ ਮੈਨੂੰ ਦੱਸੋ, ਮੈਂ ਲੱਭ ਕੇ ਦਿਆਂਗਾ। ਮੇਰੇ ਕੋਲੇ ਤਾਕਤ ਹੈ, ਮੇਰੇ ਕੋਲੇ ਜਾਦੂ ਹੈ, ਮੈਂ ਨਜੂਮੀਆਂ। ਤੇ ਕਹਿੰਦੇ ਹੋਕਾ ਦਿੰਦਾ ਤੁਰਦਾ ਫਿਰਦਾ। ਸ਼ਾਹਜਹਾਨ ਦੇ ਅਹਿਲਕਾਰਾਂ ਨੂੰ ਪਤਾ ਲੱਗਿਆ। ਉਹ ਕਹਿੰਦੇ ਰੁਕ ਬਈ, ਸਾਡੀ ਇੱਕ ਚੀਜ਼ ਗਵਾਚੀ, ਲੱਭ ਕੇ ਦੇਏਗਾ। ਉਹ ਕਹਿੰਦਾ ਮੈਂ ਹੈ ਹੀ ਇਸੇ ਕਰਕੇ ਚੀਜ਼ਾਂ ਗਵਾਚੀਆਂ ਨੂੰ ਲੱਭਣ ਵਾਸਤੇ ਆ, ਦੱਸ ਤੁਹਾਡੀ ਕੀ ਚੀਜ਼ ਗਵਾਚੀ ਹੈ। ਉਹ ਕਹਿੰਦੇ ਅਹਿਲਕਾਰ ਲੈ ਕੇ ਸੌਂਦੇ ਖਾਨ ਕੋਲ, ਹਾਜੀ ਨਜੂਮੀਆਂ ਇਹ ਚੀਜ਼ਾਂ ਲੱਭ ਲੱਭ ਕੇ ਦਿੰਦਾ ਗਵਾਚੀਆਂ, ਤੁਸੀਂ ਇਹਦੇ ਨਾਲ ਸੰਪਰਕ ਕਰੋ, ਇਹ ਤੁਹਾਨੂੰ ਲੱਭ ਕੇ ਦੇਵੇਗਾ ਤੁਹਾਡਾ ਅਮੋਲਕ ਹੀਰਾ ਘੋੜਾ ਗੁਲਵਾਗ। ਉਸ ਵੇਲੇ ਉਹ ਅਹਿਲਕਾਰ ਜਦੋਂ ਲੈ ਕੇ ਗਏ ਸੌਂਦੇ ਖਾਨ ਕੋਲ, ਉਹ ਕਹਿੰਦਾ ਹਾਂ ਜੀ ਸਾਡੀ ਇੱਕ ਚੀਜ਼ ਗਵਾਚੀ ਹੈ, ਤੁਸੀਂ ਆਪਣੀ ਤਾਕਤ ਨਾਲ ਦੇਖੋ ਕੀ ਗਵਾਚਿਆ। ਪਹਿਲਾਂ ਇਹ ਦੱਸੋ ਜੇ ਤੁਹਾਡੇ ਕੋਲੇ ਤਾਕਤ ਹੈ, ਕੋਈ ਸ਼ਕਤੀ ਹੈ ਜਾਂ ਕੋਈ ਤੁਹਾਡੇ ਵਿੱਚ ਪਾਵਰ ਹੈ, ਤੇ ਪਹਿਲਾਂ ਇਹ ਪਤਾ ਲਗਾਓ ਸਾਡੀ ਚੀਜ਼ ਕਿਹੜੀ ਗਵਾਚੀ ਹੈ, ਤੁਹਾਨੂੰ ਪਤਾ ਹੋਣਾ। ਉਸ ਵੇਲੇ ਉਹਨੇ ਅੱਖਾਂ ਬੰਦ ਕਰਕੇ ਵੈਸੇ ਹੀ ਉਦਾਂ ਦੀ ਵਿਚਾਰ ਕੀਤੀ ਉਹਨਾਂ ਦੇ ਸਾਹਮਣੇ ਭਾਈ ਵਿਧੀ ਚੰਦ ਨੇ। ਕਹਿੰਦੇ ਹਾਂ ਤੁਹਾਡੀ ਕੋਈ ਅਮੋਲਕ ਚੀਜ਼ ਗਵਾਚੀ ਹੈ, ਜਿਹਦੇ ਪਿੱਛੇ ਤੁਹਾਡਾ ਸਾਰੇ ਕਹਿੰਦੇ ਸ਼ਾਹਜਹਾਨ ਤੱਕ ਜਿੰਨੇ ਵੀ ਅਹਿਲਕਾਰ ਨੇ ਸਾਰੇ ਪਿੱਛੇ ਲੱਗੇ ਫਿਰਨੇ ਉਹ ਢੂੰਡਣ ਵਾਸਤੇ, ਪਰ ਲੱਭ ਨਹੀਂ ਰਹੀ ਉਹ ਚੀਜ਼, ਅਮੋਲਕ ਚੀਜ਼ ਹੈ। ਤੁਹਾਡਾ ਕੋਈ ਘੋੜਾ ਗਵਾਚ ਗਿਆ। ਜਦੋਂ ਇਹ ਗੱਲ ਕਹੀ ਤੇ ਸਾਰੇ ਕਹਿੰਦੇ ਭਾਈ ਵਿਧੀ ਚੰਦ ਦੇ ਪੈਰਾਂ 'ਚ ਪੈ ਗਏ। ਉਹ ਕਹਿੰਦੇ ਵੀ ਇਹ ਤੇ ਬੜਾ ਪਹੁੰਚਿਆ ਨਜੂਮੀਆਂ। ਬਾਅਦ ਵਿੱਚ ਉਹ ਕਹਿੰਦੇ ਵੀ ਲੱਭ ਕੇ ਦੇ, ਫਿਰ ਗਿਆ ਘੋੜਾ ਕਿੱਥੇ ਆ। ਸ਼ਾਹਜਹਾਨ ਤੱਕ ਗੱਲ ਪਹੁੰਚ ਗਈ ਜੀ, ਇਹ ਬਹੁਤ ਵਧੀਆ ਨਜੂਮੀਆਂ, ਲੱਭ ਕੇ ਦੇਵੇਗਾ ਘੋੜਾ। ਸ਼ਾਹਜਹਾਨ ਵੀ ਪਹੁੰਚ ਗਿਆ। ਕਹਿੰਦੇ ਫਿਰ ਲੱਭ ਕੇ ਦੇ, ਅਸੀਂ ਉਹਨੂੰ ਸਜ਼ਾ ਦੇਣਾ ਚਾਹੁੰਦੇ ਜਿਹੜਾ ਘੋੜਾ ਲੈ ਕੇ ਗਿਆ, ਮਾਰਨਾ ਚਾਹੁੰਦੇ ਅਸੀਂ ਉਹਨੂੰ, ਜਾਨੋਂ ਹੀ ਮੁਕਾ ਦੇਣਾ। ਉਹਨੇ ਬਹੁਤ ਵੱਡੀ ਇਹ ਭੁੱਲ ਕੀਤੀ, ਸਾਡੇ ਘੋੜੇ ਨੂੰ ਚੁਰਾ ਕੇ ਲੈ ਗਿਆ। ਅਸੀਂ ਤੇ ਕਿਸੇ ਨੂੰ ਦੇਖਣ ਨਹੀਂ ਦਿੰਦੇ ਘੋੜੇ ਵੱਲ, ਪਰ ਉਹ ਚੁਰਾ ਕੇ ਲੈ ਗਿਆ। ਉਸ ਵੇਲੇ ਵਿਧੀ ਚੰਦ ਜੀ ਕਹਿਣ ਲੱਗੇ, ਕਹਿੰਦੇ ਆਓ ਕਰੋ ਫਿਰ ਉਦਾਂ ਦਾ ਮਾਹੌਲ ਬਣਾਉਣਾ ਪੈਣਾ, ਕਿਵੇਂ ਕਿਵੇਂ ਅਸੀਂ। ਉਹ ਕਹਿੰਦੇ ਜੀ ਸਾਨੂੰ ਤੇ ਅੰਦਰ ਵਾੜ ਕੇ ਜਿੰਦਾ ਲਾ ਗਿਆ, ਇਦਾਂ ਦਾ ਚੋਰ ਸੀ। ਰਾਤ ਨੂੰ ਸ਼ਰਾਬ ਦੇ ਮੱਟ ਪੀ ਕੇ ਅਸੀਂ ਮਸਤ ਸੀ। ਸ਼ਾਹਜਹਾਨ ਆਪਣੇ ਮਹਿਲਾਂ ਵਿੱਚ ਸੁੱਤਾ ਪਿਆ ਸੀ, ਸੌਂਦੇ ਖਾਂ ਆਪਣੇ ਘਰੇ ਗਿਆ ਹੋਇਆ ਸੀ। ਇਦਾਂ ਦੀ ਵਿਚਾਰ ਬਣੀ ਹੋਈ। ਕਹਿੰਦੇ ਉਦਾਂ ਫਿਰ ਬਣਾਉਣੀ ਪੈਣੀ ਉਵੇਂ ਉਵੇਂ। ਕਹਿੰਦੇ ਆਉਂ ਕਰੋ ਫਿਰ ਦੂਜੀ ਕਾਠੀ ਉਹ ਘੋੜੇ ਦੇ ਉੱਤੇ ਪਾਓ।
ਉਵੇਂ ਉਵੇਂ ਮੈਂ ਵੇਖਾਂਗਾ ਘੋੜੇ ਨੂੰ ਤੋਰ ਫਿਰ ਕੇ ਜਿੱਧਰ ਜਿੱਧਰ ਨੂੰ ਗਿਆ, ਇਹ ਘੋੜਾ ਉਸ ਘੋੜੇ ਦੀਆਂ ਪੈੜਾਂ ਸੁੰਘਦਾ ਉਹਦੇ ਕੋਲੇ ਪਹੁੰਚ ਜਾਵੇਗਾ ਤੇ ਤੁਹਾਡਾ ਘੋੜਾ ਤੁਹਾਨੂੰ ਲੱਭ ਜਾਣਾ। ਕਹਿੰਦੇ ਉਦਾਂ ਹੀ ਉਹਨਾਂ ਨੇ ਕੀਤਾ, ਆਪਣੇ ਹੱਥੀਂ ਕਾਠੀ ਪਾ ਕੇ ਦਿੱਤੀ ਉਹ ਘੋੜੇ ਦੇ ਉੱਤੇ ਦੂਜੇ ਤੇ। ਜਿਵੇਂ ਜਿਵੇਂ ਜਿਹੜਾ ਜਿਹੜਾ ਜਿੱਥੇ ਜਿੱਥੇ ਥਾਂ ਤੇ ਪਿਆ ਸੀ ਉੱਥੇ ਉੱਥੇ ਉਵੇਂ ਦਾ ਮਾਹੌਲ ਬਣਾਓ। ਉਹਨਾਂ ਨੇ ਉਵੇਂ ਕਰ ਦਿੱਤਾ ਪਿੱਛੇ ਲੱਗ ਕੇ। ਤੇ ਬਾਬਾ ਵਿਧੀ ਚੰਦ ਜੀ ਨੇ ਉਹ ਵਿਚਾਰ ਕੀਤੀ, ਰਾਤ ਦਾ ਵਿਖਾ ਉਸੇ ਤਰ੍ਹਾਂ ਹੀ ਉਹ ਦੂਜਾ ਘੋੜਾ ਕਹਿੰਦੇ ਉਸੇ ਤਰ੍ਹਾਂ ਹੀ ਕੰਧ ਟਪਾ ਕੇ ਲੈ ਕੇ ਆਏ ਬਾਬਾ ਵਿਧੀ ਚੰਦ ਜੀ। ਹੁਣ ਤੇ ਉਹ ਸੋਫੀਆ ਨੂੰ ਕਹਿ ਦਿੱਤਾ, ਉਹ ਕਹਿੰਦੇ ਦੇਖੋ ਪਹਿਲਾ ਘੋੜਾ ਵੀ ਮੈਂ ਹੀ ਲੈ ਕੇ ਗਿਆ ਸੀ, ਦੂਜਾ ਘੋੜਾ ਵੀ ਮੈਂ ਹੀ ਲੈ ਕੇ ਚੱਲਿਆ। ਪਹਿਲਾ ਘਾਈਆ ਬਣ ਕੇ ਲੈ ਕੇ ਗਿਆ, ਦੂਜਾ ਘੋੜਾ ਨਜੂਮੀਆ ਬਣ ਕੇ ਲੈ ਕੇ ਚੱਲਿਆ। ਇਹ ਘੋੜਾ ਗੁਰੂ ਹਰਗੋਬਿੰਦ ਮਹਾਰਾਜ 6ਵੇਂ ਪਾਤਸ਼ਾਹ ਦੀ ਸੇਵਾ ਵਿੱਚ ਜਾ ਰਿਹਾ। ਤੁਹਾਡੇ 'ਚ ਦਮ ਹੈ ਤੇ ਰੋਕ ਲਓ, ਨਹੀਂ ਤੇ ਫਿਰ ਕਹਿੰਦੇ ਇਧਰ ਭਾਈ ਰੂਪੇ ਨਗਰ ਵਿਖੇ ਸਤਿਗੁਰੂ ਜੀ ਵਿਰਾਜਮਾਨ ਹੈ, ਆ ਜਿਓ ਫਿਰ ਉੱਥੇ ਆਮੋ ਸਾਹਮਣੇ ਹੋਵਾਂਗੇ। ਏਦਾਂ ਲਲਕਾਰ ਕੇ ਭਾਈ ਵਿਧੀ ਚੰਦ ਜੀ ਚਲੇ ਗਏ, ਘੋੜਾ ਲੈ ਕੇ ਦੂਜਾ ਵੀ। ਸਤਿਗੁਰੂ ਦੀ ਕਿਰਪਾ ਰਹਿਮਤ ਵਰਤੀ ਹੈ। ਭਾਈ ਰੂਪੇ ਨਗਰ ਵਿਖੇ ਭਾਈ ਵਿਧੀ ਚੰਦ ਜੀ ਪਹੁੰਚੇ ਤੇ ਉੱਥੇ ਜਦੋਂ ਪਤਾ ਲੱਗਿਆ ਸਤਿਗੁਰੂ ਜੀ ਕਾਂਗੜ ਨਗਰ ਵਿਖੇ ਗਏ, 2 ਕਿਲੋਮੀਟਰ ਦੇ ਪਹਿਲਾਂ ਹੀ ਭਾਈ ਵਿਧੀ ਚੰਦ ਜੀ ਉਤਰ ਗਏ ਘੋੜੇ ਤੋਂ, ਪੈਦਲ ਚੱਲ ਕੇ ਗਏ, ਸਤਿਗੁਰ ਦੇ ਸਨਮੁਖ ਪਹੁੰਚੇ ਨੇ ਤੇ ਸਤਿਗੁਰ ਜੀ ਬੜੇ ਖੁਸ਼ ਹੋਏ। ਥਾਪੜਾ ਦਿੱਤਾ ਸੀਨੇ ਨਾਲ ਲਾ ਕੇ, ਗੁਰੂ ਜੀ ਨੇ ਉਸ ਵੇਲੇ ਕਿਤਾਬ ਦਿੱਤਾ ਭਾਈ ਵਿਧੀ ਚੰਦ ਨੂੰ, ਭਾਈ ਵਿਧੀ ਚੰਦ ਛੀਨਾ ਗੁਰੂ ਕਾ ਸੀਨਾ। ਸਤਿਗੁਰ ਨੇ ਬਚਨ ਉਚਾਰਨ ਕੀਤੇ ਉਸ ਵੇਲੇ, ਸਤਿਗੁਰ ਦੀ ਕਿਰਪਾ ਰਹਿਮਤ ਵਰਤੀ। ਭਾਈ ਵਿਧੀ ਚੰਦ ਤੇ ਸਤਿਗੁਰ ਜੀ ਬੜੇ ਖੁਸ਼ ਹੋਏ। ਇਹ 2 ਘੋੜੇ ਕਹਿੰਦੇ ਇਦਾਂ ਚੁਰਾ ਕੇ ਲਿਆਂਦੇ ਭਾਈ ਵਿਧੀ ਚੰਦ ਨੇ ਗੁਰੂ ਨਾਨਕ ਦੀ ਸੇਵਾ ਦੇ ਵਿੱਚ। ਤੇ ਹੁਣ ਇਹ ਗੱਲ ਕਹਿੰਦੇ ਸ਼ਾਹਜਹਾਨ ਤੱਕ ਪਹੁੰਚ ਗਈ, ਉਹ ਤੋਂ ਬਰਦਾਸ਼ਤ ਨਹੀਂ ਹੋਈ ਕਿ ਇਦਾਂ ਕਰਕੇ ਘੋੜੇ ਚੁਰਾ ਕੇ ਲੈ ਗਏ। ਹੁਣ ਉਹਨਾਂ ਨੂੰ ਬੰਗਾਰ ਕੇ ਆਏ ਭਾਈ ਵਿਧੀ ਚੰਦ ਜੀ। ਤੇ ਅੱਗੇ ਆਪਾਂ ਵਿਚਾਰ ਕਰਾਂਗੇ ਪਿਆਰਿਓ, ਅੱਗੇ ਕਿਵੇਂ ਕਰਕੇ ਸ਼ਾਹਜਹਾਨ ਇਸ ਗੱਲ ਦਾ ਜਵਾਬ ਦਿੰਦਾ, ਕਿਵੇਂ ਕਰਕੇ ਅਗਲੀ ਵਿਚਾਰ ਹੁੰਦੀ ਹੈ। ਰਹਿੰਦੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਅੱਜ ਦੀ ਵਿਚਾਰ ਇਥੋਂ ਤੱਕ ਪ੍ਰਵਾਨ ਕਰਨੀ। ਆਓ ਗੁਰੂ ਚਰਨਾਂ ਦੇ ਵਿੱਚ ਸਮਾਪਤੀ ਕਰਨ ਦਾ ਯਤਨ ਕਰੀਏ। ਸਤਿਗੁਰੂ ਜੀ ਕਿਰਪਾ ਕਰਨ, ਆਪ ਸੰਗਤ ਦਾ ਕਦਮ ਕਦਮ ਚੱਲਿਆ ਲੇਖੇ ਲਾਉਣ, ਆਪ ਸੰਗਤ ਨੂੰ ਸਤਿਗੁਰੂ ਜੀ ਦਰ ਕਰ ਦੇ ਨਾਲ ਜੋੜਨ। ਐਸੀ ਕਿਰਪਾ ਰਹਿਮਤ ਸਤਿਗੁਰੂ ਜੀ ਸਭ ਤੇ ਵਰਤਾ ਦੇਣ। ਤਾਂ ਤੇ ਆਓ ਪਿਆਰੀ ਸੰਗਤ ਜੀ, ਰਹਿੰਦੀ ਵਿਚਾਰ ਕੱਲ ਨੂੰ ਸਰਵਣ ਕਰਾਂਗੇ, ਕਿਵੇਂ ਕਿਵੇਂ ਕਰਕੇ ਅਗਲੀ ਵਿਚਾਰ ਹੁੰਦੀ ਹੈ। ਇਹ ਹੁਣ ਜੰਗ ਯੁੱਧ ਦਾ ਕਾਰਨ ਬਣ ਜਾਣਾ, ਕਿਵੇਂ ਜੰਗ ਯੁੱਧ ਹੁੰਦੀ ਤੀਜੀ, ਉਹ ਰਹਿੰਦੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਕਿਉਂਕਿ 2 ਜੰਗ ਯੁੱਧਾਂ ਪਹਿਲਾਂ ਹੋ ਚੁੱਕੀਆਂ, ਇਹ ਤੀਜੀ ਜੰਗ ਹੋਣੀ ਹੈ। ਇਹ ਕਿਵੇਂ ਹੁੰਦੀ, ਕਿਵੇਂ ਕਿਵੇਂ ਸਤਿਗੁਰੂ ਜੀ ਉਹਨਾਂ ਪਾਪੀਆਂ ਦਾ ਨਾਸ਼ ਕਰਦੇ ਆ, ਕਿਵੇਂ ਇਹਨਾਂ ਤੋਂ ਰਾਜ ਭਾਗ ਲੈ ਕੇ ਸਿੱਖਾਂ ਵਿੱਚ ਪ੍ਰਦਾਨ ਕਰਦੇ ਆ। ਸਤਿਗੁਰੂ ਜੀ ਕੀ ਬਖਸ਼ਿਸ਼ਾਂ ਵਰਤਾਉਂਦੇ। ਆਪ ਸੰਗਤ ਲੜੀਵਾਰ ਸਰਵਣ ਕਰਦੇ ਜਾਇਆ ਕਰੋ ਪਿਆਰਿਓ। ਸਤਿਗੁਰੂ ਜੀ ਕਿਰਪਾ ਕਰਨ। ਆਓ ਸਤਿਗੁਰੂ ਜੀ ਕਿਰਪਾ ਕਰਦੇ ਸਮਾਪਤੀ ਕਰਨ ਦਾ ਯਤਨ ਕਰੀਏ।